ਦਿੱਲੀ ਚ ਆਈ ਹੜ੍ਹ ਤੋਂ ਬਾਅਦ ਲਗਾਤਾਰ ਜਿਹੜੀਆਂ ਸੰਸਥਾਵਾਂ ਨੇ ਉਹ ਅੱਗੇ ਆ ਰਹੀਆਂ ਨੇ ਮਦਦ ਕਰਨ ਲਈ, ਲੇਕਿਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚਾਹੇ ਦੇਸ਼ ਕਿਤੇ ਵੀ ਕੋਈ ਸਮੱਸਿਆ ਆਵੇ ਉੱਥੇ ਮਦਦ ਕਰਨ ਲਈ ਪਹੁੰਚਦੀ ਹੈ। ਇਸ ਵੇਲੇ ਵੀ ਅਸੀਂ ਪਹੁੰਚੇ ਹਾਂ ਮਯੂਰ ਵਿਹਾਰ, ਜਿੱਥੇ ਯਮੁਨਾ ਦੇ ਹੜ੍ਹ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਯਮੁਨਾ ਚੋਂ ਵਿੱਚੋਂ ਕੱਢ ਕੇ ਇੱਥੇ ਵਸਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਧਿਆਨ ਰੱਖਣ ਲਈ ਸਰਕਾਰ ਬੈਠੀ ਹੈ। ਸਰਕਾਰ ਪਹੁੰਚੇ ਨਾ ਪਹੁੰਚੇ, ਸਰਦਾਰ ਜ਼ਰੂਰ ਪਹੁੰਚਦੇ ਨੇ। ਕਾਲਕਾ ਸਾਹਿਬ ਇਸ ਗੱਲ ਨੂੰ ਚਰਤਾਰਥ ਕਰਦੇ ਆ ਸਿੱਖ ਸਮਾਜ, ਸਿੱਖ ਕੌਮ, ਕਿ ਜਦੋਂ ਸਰਕਾਰ ਨਹੀਂ ਪਹੁੰਚ ਪਾਉਂਦੀ ਉੱਥੇ ਸਿੱਖ ਕੌਮ ਪਹੁੰਚ ਜਾਂਦੀ ਹੈ। देखो मैं समझदा कि सिख कौम का जन्म ही सेवा वास्ते होया और जिस तरीके दे नाल साडे गुरु महाराज पहली पातशाही गुरु नानक देव महाराज जी ने लंगर की प्रथा शुरू की है, सारी दुनिया नूं आस है कि जिथे कोई बंदा गरीब सोएगा उत्थे कोई ना कोई सरदार पहुंच के उत्थे सिख कौम पहुंच के ਉਹਦੀਆਂ ਸੇਵਾ ਦੇ ਵਿੱਚ ਪਹੁੰਚੇਗੀ, ਜਿਹੜਾ ਆਪਣੇ ਘਰੋਂ ਬੇਘਰ ਹੋਏਗਾ ਉਹਦੀ ਸੇਵਾ ਲਈ। ਔਰ ਅੱਜ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਤਰਾਸਦੀ ਆਈ ਹੋਈ ਹੈ, ਦਿੱਲੀ ਦੇ ਵਿੱਚ ਬਾੜ ਕਰਕੇ ਜਿਹੜੇ ਲੋਕ ਖਾਸ ਤੌਰ ਤੇ ਪੁਸ਼ਤਾ ਦੇ ਜਮਨਾ ਦੇ ਕਿਨਾਰਿਆਂ ਦੇ ਉੱਤੇ ਆਪਣੀ ਖੇਤੀਬਾੜੀ ਕਰਦੇ ਸੀ, ਜਿਹੜੇ ਉੱਥੇ ਰਹਿੰਦੇ ਸੀ, ਉਹ ਸਾਰੇ ਅੱਜ ਘਰੋਂ ਬੇਘਰ ਹੋਏ ਨੇ ਔਰ ਸੜਕਾਂ ਦੇ ਉੱਤੇ ਉਹਨਾਂ ਦੇ ਕੈਂਪ ਲਾਤੇ ਗਏ ਨੇ। ਸਰਕਾਰ ਵੱਲੋਂ ਸਾਰੀਆਂ ਚੀਜ਼ਾਂ ਮੁਹੱਈਆ ਕਰਾਉਣੀਆਂ ਮੁਮਕਿਨ ਨਹੀਂ ਹੋ ਪਾਉਂਦੀਆਂ, ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪੂਰੀ ਜ਼ਿੰਮੇਵਾਰੀ ਸਮਝਦੇ ਹੋਏ ਪਿਛਲੇ 5 ਦਿਨਾਂ ਤੋਂ ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕਾਲੰਦੀ ਕੁੰਜ ਤੋਂ ਜਿੱਥੇ ਸਾਡੇ ਮੈਂਬਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਜੱਸਾ, ਮਯੂਰ ਵਿਹਾਰ ਜਿੱਥੇ ਅਸੀਂ ਖੜੇ ਹਾਂ ਸਰਦਾਰ ਭੁਪਿੰਦਰ ਸਿੰਘ ਜੀ ਭੁੱਲਰ, ਇਸੇ ਤਰੀਕੇ ਨਾਲ ਜਮਨਾ ਦੇ ਪੁਸ਼ਤੇ ਤੇ ਸਰਦਾਰ ਜਸਮੀਤ ਸਿੰਘ ਜੀ ਨੋਨੀ, ਸਰਦਾਰ ਜਤਿੰਦਰਪਾਲ ਸਿੰਘ ਜੀ ਗੋਲਡੀ ਔਰ ਅੱਗੇ ਭਜਨਪੁਰਾ ਸਰਦਾਰ ਪ੍ਰਵਿੰਦਰ ਸਿੰਘ ਜੀ ਲੱਕੀ, ਸਾਰੇ ਮੈਂਬਰ ਸਾਹਿਬ ਆਪਣੀਆਂ ਡਿਊਟੀਆਂ ਪਿਛਲੇ 5 ਦਿਨ ਤੋਂ ਪੂਰੀਆਂ ਕਰ ਰਹੇ ਨੇ ਔਰ ਅੱਜ ਦਾ ਮੁਆਵਜ਼ਾ ਲੈਣ ਵਾਸਤੇ ਅਸੀਂ ਸਾਰੀ ਜਗ੍ਹਾ ਦੇ ਉੱਤੇ ਵਿਜ਼ਿਟ ਕਰ ਰਹੇ ਹਾਂ ਕਿ ਕਿਸੇ ਨੂੰ ਕਿਸੇ ਹੋਰ ਚੀਜ਼ ਦੀ ਲੋੜ ਤਾਂ ਨਹੀਂ ਹੈ ਲੰਗਰ ਦੇ ਇਲਾਵਾ। ਸੋ ਮੇਰੇ ਨਾਲ ਸਰਦਾਰ ਜਗਦੀਪ ਸਿੰਘ ਜੀ, ਸਾਡੇ ਜਨਰਲ ਸੈਕਟਰੀ ਸਰਦਾਰ ਗੁਰਮੀਤ ਸਿੰਘ ਜੀ ਪਾਟਿਆ, ਸਰਦਾਰ ਭੁਪਿੰਦਰ ਸਿੰਘ ਭੁੱਲਰ ਜਿਹੜੇ ਇੱਥੇ ਦੇਖ ਰਹੇ ਆ, ਸਰਦਾਰ ਗੁਰਮੀਤ ਸਿੰਘ ਜੀ ਟਿੰਮੀ ਜੀ। ਸੋ ਇਹ ਸਾਰੀਆਂ ਜਿਹੜੀ ਸਾਡੀ ਟੀਮ ਹੈ ਉਹ ਹਰ ਚੀਜ਼ ਦੀ ਮੋਨੀਟਰਿੰਗ ਵੀ ਕਰ ਰਹੀ ਹੈ ਤਾਂ ਕਿ ਕੋਈ ਲੋਕ ਇਹ ਨਾ ਕਹਿ ਸਕਣ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਧਰਤੀ ਦੇ ਉੱਤੇ ਕੋਈ ਬੰਦਾ ਭੁੱਖ ਦੇ ਨਾਲ ਲੰਗਰ ਦੇ ਤੋਂ ਵੰਚਿਤ ਰਹਿ ਕੇ ਰਾਤੀ ਸੁੱਤਾ। ਕਾਕਾ ਸਾਹਿਬ ਕੀ ਲੰਗਰ ਲੈ ਕੇ ਪਹੁੰਚੇ ਹੋ? ਕਿਉਂਕਿ ਅਸੀਂ ਪਹਿਲਾਂ ਹੀ ਪਹੁੰਚੇ ਸੀ, ਉਦੋਂ ਹੀ ਭੁੱਲਰ ਸਾਹਿਬ ਇੱਥੇ ਲੱਗੇ ਹੋਏ ਸੀ। ਅੱਜ ਕੀ ਲੰਗਰ ਲੈ ਕੇ ਆਏ ਹੋ? ਦੇਖੋ ਅੱਜ ਰੋਜ਼ ਚੇਂਜ ਹੁੰਦੀ, ਜਿੱਥੇ ਚਾਵਲ ਪ੍ਰਸ਼ਾਦੇ ਕੜੀ ਅੱਜ ਰੱਖੀ ਹੈ ਕਿਉਂਕਿ ਕਦੀ ਕੜੀ ਚਾਵਲ ਬਣਾਉਤੇ, ਕਦੀ ਰਾਜਮਾ ਚਾਵਲ ਨਾਲ ਦੇਤੇ ਹੈ, ਕਦੀ ਦਾਲ ਪ੍ਰਸ਼ਾਦਾ ਦੇਤਾ। ਇਹ ਰੋਜ਼ਮਰਾ ਦੇ ਅਲੱਗ-ਅਲੱਗ ਜਿਹੜੀਆਂ ਨੇ ਤਾਂ ਕਿ ਅਗਲਿਆਂ ਨੂੰ ਵੀ ਜਿਹੜੇ ਖਾਣ ਵਾਲੇ ਨੇ ਉਹਨਾਂ ਨੂੰ ਇਹ ਨਾ ਮਹਿਸੂਸ ਹੋਏ ਕਿ ਅੱਜ ਅਸੀਂ ਕਿਸੇ ਚੀਜ਼ ਤੇ ਡਿਪੈਂਡੈਂਟ ਆ ਤੇ ਅਸੀਂ ਉਹ ਆਉਣੀ ਹੈ। ਜੋ ਵਧੀਆ ਲੰਗਰ ਗੁਰੂ ਦੇ ਘਰ 'ਚ ਤਿਆਰ ਹੁੰਦਾ ਉਹੀ ਇਹਨਾਂ ਸਾਰਿਆਂ ਵਾਸਤੇ ਲੈ ਕੇ ਆ। ਜਿਹੜੇ ਗੁਰਦੁਆਰਾ ਸਾਹਿਬ ਤੋਂ ਕਰਾ ਰਹੇ ਹੋ, ਰਕਾਬਗੰਜ ਸਾਹਿਬ ਤੋਂ, ਬੰਗਲਾ ਸਾਹਿਬ ਤੋਂ ਜਾਂ ਸ਼ੀਸ਼ਗੰਜ ਸਾਹਿਬ ਤੋਂ? ਦੇਖੋ ਬੰਗਲਾ ਸਾਹਿਬ ਔਰ ਸ਼ੀਸ਼ਗੰਜ ਸਾਹਿਬ ਤੋਂ ਇਹ ਵੱਖਰੇ ਜਗ੍ਹਾ ਤੋਂ ਤਿਆਰ ਹੋ ਰਿਹਾ ਔਰ ਇਹਦੇ ਇਲਾਵਾ ਦਿੱਲੀ ਤੋਂ ਜਿੱਥੋਂ ਵੀ ਸਾਨੂੰ ਮੰਗ ਆ ਰਹੀ ਹੈ, ਕਰਾਵਲ ਨਗਰ ਤੋਂ ਐਸਡੀਐਮ ਨੇ ਸਾਡੇ ਕੋਲੋਂ ਮੰਗ ਕੀਤੀ ਹੋਈ ਹੈ, ਸੀਲਮਪੁਰੀ ਤੋਂ ਜਿਹੜੇ ਮੰਗ ਕੀਤੀ ਹੈ ਉੱਥੋਂ ਵੀ ਵੰਡ ਕੇ ਜਾ ਰਿਹਾ। ਸਰਕਾਰ ਮੰਗ ਕਰ ਰਹੀ ਹੈ, ਸਰਕਾਰ ਮਦਦ ਮੰਗ ਰਹੀ ਹੈ, ਸਰਕਾਰ ਮਦਦ ਕਰ ਰਹੀ, ਜਿਹੜਾ ਪ੍ਰਸ਼ਾਸਨ ਹੈ ਉਹਨੂੰ ਲੋੜ ਹੁੰਦੀ ਹੈ ਔਰ ਇਹ ਹਰ ਵਾਰ ਕਿਉਂਕਿ ਸਭ ਤੋਂ ਪਹਿਲਾ ਫੋਨ ਅਗਰ ਕਿਧਰੇ ਹੁੰਦਾ ਹੈ ਤੇ ਉਹ ਦਿੱਲੀ ਕਮੇਟੀ ਦਾ ਵੱਜਦਾ ਹੈ। ਸੋ ਅੱਜ ਸਾਡੀ ਵੀ ਡਿਊਟੀ ਬਣਦੀ ਹੈ ਕਿਉਂਕਿ ਲੋਕਾਂ ਦੀ ਅਗਰ ਆਸ ਹੈ ਤੇ ਉਹਦੇ ਪੂਰਾ ਕਰਨਾ ਮੈਂ ਸਮਝਦਾ ਇਹ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਹੈ। ਬਹੁਤ ਬਹੁਤ ਧੰਨਵਾਦ। ਤੇ ਇਹ ਸਨ ਸਾਡੇ ਨਾਲ ਹਰਮੀਤ ਸਿੰਘ ਕਾਲਕਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਮਯੂਰ ਵਿਹਾਰ ਦੇ ਵਿੱਚ ਜਿਹੜਾ ਇੱਕ ਸਰਕਾਰੀ ਲੋਕਾਂ ਨੂੰ ਰੱਖਿਆ ਜਾ ਰਿਹਾ, ਯਮੁਨਾ ਚੋਂ ਕੱਢ ਕੇ ਉੱਥੇ ਲੰਗਰ ਲਗਾਇਆ ਜਾ ਰਿਹਾ। ਇੱਥੇ ਜਿਹੜੀ ਸੇਵਾ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਰਦਾਰ ਭੁਪਿੰਦਰ ਸਿੰਘ ਭੁੱਲਰ ਉਹਨਾਂ ਨੂੰ ਦਿੱਤੀ ਗਈ ਹੈ। ਭੁੱਲਰ ਸਾਹਿਬ ਵਡਭਾਗੇ ਵੀ ਕਹੂੰਗਾ, ਹਿੰਮਤ ਵਾਲੇ ਵੀ ਹੋ ਕਿ ਜਿਹੜੀ ਗੁਰੂ ਦੀ ਸੇਵਾ ਮਿਲੀ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਤੁਸੀਂ ਆਪ ਜੀ ਨੇ ਵਰਡ ਬੋਲਿਆ ਮੈਂ ਬੜਾ ਧੰਨਵਾਦੀ ਹਾਂ ਗੁਰੂ ਸਾਹਿਬ ਦਾ, ਜੋ ਗੁਰੂ ਸਾਹਿਬ ਆਪਣੇ ਦਾਸ ਕੋਲੋਂ ਇਹ ਸੇਵਾਵਾਂ ਲੈਂਦੇ ਨੇ। ਔਰ ਮੈਂ ਧੰਨਵਾਦੀ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਿ ਜਿਨ੍ਹਾਂ ਦੇ ਪਾਏ ਪੂਰਨਿਆਂ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਏ ਦਾ ਲੰਗਰ ਲਾਇਆ ਸੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਮੇਸ਼ਾ ਜਦੋਂ ਵੀ ਦਿੱਲੀ 'ਚ ਜਾਂ ਦਿੱਲੀ ਦੇ ਆਸ-ਪਾਸ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਪਦਾ ਆਉਂਦੀ ਹੈ, ਸਭ ਤੋਂ ਪਹਿਲਾਂ ਅੱਗੇ ਹੋ ਕੇ ਅਸੀਂ ਲੰਗਰ ਲਗਾਉਂਦੇ ਹਾਂ ਔਰ ਬੜਾ ਸਕੂਨ ਮਿਲਦਾ ਹੈ। ਕਿਉਂਕਿ ਇਹ ਜਿੰਨੇ ਤੁਸੀਂ ਇੱਥੇ ਲੋਕ ਵੇਖ ਰਹੇ ਹੋ ਇਹਨਾਂ ਨੂੰ ਅਜੇ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ नहीं है, पर लेकिन ये सवेर तो उठ के ना गुरुद्वारे की गाड़ी आएगा उसमें से हमारे को खाने के लिए भोजन मिलेगा, लंगर मिलेगा। ये एक साडे वास्ते बड़ी सुकून की गल है कि असी इन्हां दे एक इंसानियत के नाते असी इन्हां दा जिहड़ा पेट है वो भर पा रहे हैं। लगातार पिछले 5-6 दिनों तो इत्थे सेवा चल रही है, लगातार लंगर आ रहा है। हाँ जी लगातार आ रहा है जी। दिल्ली कमेटी वालों 2 टाइम लंगर आ रहा है और बंगला साहब गुरुद्वारे तो ये लंगर पक के आ रहा है। लोगों का की है, लोग कहते हैं कुछ लोगों ने पूछ लेने लंगर लेके आते हैं सरदार जी रोज? जी रोज आते हैं, खाना भी बेहतरीन बनाते हैं। आज 7वां दिन हो चुके हैं, सुबह शाम का खाना आते हैं। सरकार देती है खाना? नहीं सरकार नहीं देते हैं सर। खाना मिलता है यहाँ से, सरकारी खाना नहीं आता सरकार यहाँ तो गुरुद्वारे से तो सरदार लोग लाते हैं, वही ला रहे हैं और उन्हीं को खा रहे हैं। जब से बाढ़ आई जब से दोनों टाइम तभी से मिल रहा है, जब बेचारे सरदार लोग लाते हैं वही खाते हैं। तीनों टाइम आता है खाना सरदार की तरफ से।
ये गुरुद्वारे लंगर बहुत अच्छा लगता है वैसे। ਇਹ ਭੁੱਲਰ ਸਾਹਿਬ ਸ਼ਾਇਦ ਇਹ ਮਾਣ ਵਾਲੀ ਗੱਲ ਹੈ, ਫਕਰ ਹੈ। ਬੜਾ ਬੜਾ ਮਾਣ ਹੈ। ਮੈਂ ਕਹਿੰਦਾ ਕਿ ਇੱਕ ਸਾਨੂੰ ਸਕੂਨ ਹੈ ਬੜਾ ਵੱਡਾ ਕਿ ਅਸੀਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦੇ ਪਏ ਹਾਂ ਔਰ ਇਨਸਾਨੀਅਤ ਦੀ ਮਾਨਵਤਾ ਦੀ ਸੇਵਾ ਕਰ ਰਹੇ ਹਾਂ। ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਰੋਜ਼ ਕੁਝ ਨਾ ਕੁਝ ਅਸੀਂ ਲੰਗਰ 'ਚ ਚੇਂਜ ਕਰਕੇ ਲਿਆਈਏ। ਔਰ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਇਹਨਾਂ ਲੋਕਾਂ ਦੀ ਡਿਮਾਂਡ ਦੇ ਉੱਤੇ ਹੀ ਕੜੀ ਚਾਵਲ ਆਏ ਨੇ ਔਰ ਉਹਦੇ ਵਾਸਤੇ ਇਹ ਸਵੇਰ ਦੇ ਖੜੇ ਵੇਟ ਕਰ ਰਹੇ ਨੇ। ਬਹੁਤ ਧੰਨਵਾਦ। ਤੇ ਇਹ ਸ਼ਾਇਦ ਇਹੀ ਸਕੂਨ ਹੈ ਕਿ ਜੇਕਰ ਤੁਸੀਂ ਲੋਕਾਂ ਨੂੰ ਵੀ ਸੁਣੋ ਤੇ ਲੋਕੀ ਕਹਿੰਦੇ ਨੇ ਕਿ ਸਰਕਾਰ ਨਹੀਂ ਪਹੁੰਚੀ, ਸਰਦਾਰ ਪਹੁੰਚੇ ਨੇ ਲੰਗਰ ਲੈ ਕੇ। ਆ ਵੀ ਤੁਸੀਂ ਤਸਵੀਰ ਦੇਖੋ ਕਿ ਆ ਜਿਹੜਾ ਲੰਗਰ ਜਿੰਨਾ ਵੀ ਚਾਹੀਦਾ ਉਹਨਾਂ ਲੰਗਰ ਇੱਥੇ ਦਿੱਤਾ ਜਾ ਰਿਹਾ ਹੈ। ਕੋਈ ਕਿਸੇ ਨੂੰ ਘਾਟ ਵਾਦ ਦੀ ਕੰਮ ਇੱਥੇ ਨਹੀਂ ਕੀਤਾ ਜਾ ਰਿਹਾ। ਕੈਮਰਾਮੈਨ ਵਿਕਰਮ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼, ਦਿੱਲੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਚ ਆਏ ਹੜ੍ਹਾਂ ਨੂੰ ਲੈ ਕੇ ਲੋਕਾਂ ਵਾਸਤੇ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹੋਰ ਸੁਵਿਧਾਵਾਂ ਉਹਨਾਂ ਲਈ ਲਿਆਂਦੀਆਂ ਜਾ ਰਹੀਆਂ ਨੇ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਮੌਜੂਦ ਨੇ। ਕਾਲੋ ਸਾਹਿਬ, ਇਹ ਸ਼ਲਾਘਾ ਵਾਲਾ ਇੱਕ ਕੰਮ ਹੈ ਕਿ ਜਦੋਂ ਭੀੜ ਪੈਂਦੀ ਹੈ ਉਦੋਂ ਲੋਕੀ ਸਿੱਖਾਂ ਵੱਲ, ਗੁਰਦੁਆਰਾ ਕਮੇਟੀਆਂ ਵੱਲ ਦੇਖਦੇ ਨੇ। ਦੇਖੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਇਹ ਦੇਸ਼ ਦੀ ਰਾਜਧਾਨੀ ਹੈ ਔਰ ਇੱਥੇ ਕੋਈ ਨਾ ਕੋਈ ਸਮੱਸਿਆ ਕਦੀ ਨਾ ਕਦੀ ਕਿਸੇ ਨਾ ਕਿਸੇ ਤੇ ਬਣੀ ਰਹਿੰਦੀ ਆ। ਤੇ ਜਦੋਂ ਵੀ ਕੋਈ ਸਮੱਸਿਆ ਪੈਦਾ ਹੋਈ, ਖੜੀ ਹੋਈ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਮੁਸ਼ਕਲ ਸਮੇਂ ਦੇ ਵਿੱਚ ਮਾਨਵਤਾ ਦੇ ਨਾਤੇ ਸੇਵਾ ਕਰਦੇ ਹੋਏ ਆਪਣਾ ਫਰਜ਼ ਨਿਭਾਇਆ। ਚਾਹੇ ਉਹ ਲੰਗਰਾਂ ਦੀ ਸੇਵਾ ਹੋਵੇ, ਦਵਾਈਆਂ ਦੀ ਸੇਵਾ ਹੋਵੇ, ਇੱਥੋਂ ਤੱਕ ਕਿ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਤੇ ਜੇ ਲੀਗਲ ਸਹਾਇਤਾ ਦੀ ਲੋੜ ਪਈ ਤੇ ਉਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ। ਹੁਣ ਇਸ ਸਮੇਂ ਇਹ ਦਿੱਲੀ ਦੇ ਵਿੱਚ ਮੈਂ ਸਮਝਦਾ ਬਹੁਤ ਹੀ ਔਖਾ ਸਮਾਂ ਉਹਨਾਂ ਲੋਕਾਂ ਤੇ ਹੈ ਜਿਹੜੇ ਜਮਨਾ ਦੇ ਕਿਨਾਰੇ ਵਸੇ ਹੋਏ ਸੀ ਔਰ ਜਿਹੜੇ ਪੁਸ਼ਤਿਆਂ ਤੇ ਰਹਿ ਰਹੇ ਸੀ। ਪਹਿਲਾਂ ਹੀ ਇਹਨਾਂ ਦੇ ਘਰ ਤੇ ਟੈਂਪਰੇਰੀ ਹੁੰਦੇ, ਵਿਚਾਰੇ ਗਰੀਬ ਲੋਕ ਹੈ, ਲੇਕਿਨ ਇਹਨਾਂ ਦੇ ਉੱਤੇ ਇੰਨੀ ਆਫਤ ਆ ਗਈ ਕਿ ਪਾਣੀ ਇੰਨਾ ਜ਼ਿਆਦਾ ਆ ਗਿਆ ਕਿ ਇਹ ਉੱਠ ਕੇ ਸੜਕਾਂ ਦੇ ਉੱਤੇ ਰਹਿਣ ਨੂੰ ਮਜਬੂਰ ਹੋਏ ਆ। ਤੁਸੀਂ ਦੇਖ ਸਕਦੇ ਹੋ ਸਾਰਾ ਪੁਲ ਦੇ ਥੱਲੇ ਵਿਚਾਰੇ ਬੈਠੇ ਹੋਏ, ਸਾਰੇ ਆਪਣੇ ਮੰਜੀਆਂ ਲਗਾ ਕੇ ਰਾਤੀ ਮੱਛਰ ਕੱਟ ਰਿਹਾ ਔਰ ਖਾਣੇ ਦੀ ਸੁਵਿਧਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਿਛਲੇ 5-6 ਦਿਨ ਤੋਂ ਲਗਾਤਾਰ ਦਿੱਲੀ ਦੇ ਵਿੱਚ 7-8 ਜਗ੍ਹਾ ਦੇ ਉੱਤੇ ਜਿੱਥੇ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਮੰਗ ਆਈ ਅਸੀਂ ਲੰਗਰ ਪਹੁੰਚਾ ਰਹੇ ਹਾਂ। ਇਸ ਵੇਲੇ ਇਹ ਮਯੂਰ ਵਿਹਾਰ ਜਗ੍ਹਾ ਹੈ, ਇਹ ਜਮਨਾ ਦਾ ਬਿਲਕੁਲ ਕਿਨਾਰੇ ਦੇ ਉੱਤੇ ਸਾਰੇ ਬੈਠੇ ਹੋਏ ਆ। ਸਾਹਮਣੇ ਪਾਣੀ ਹੈ ਤੁਹਾਡੇ ਬਿਲਕੁਲ, ਬਿਲਕੁਲ ਨਾਲ ਹੈ, ਦੇਖੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਾਣੀ ਹੈ। ਸੋ ਇੱਥੇ ਲੰਗਰ ਦੇ ਰਹੇ ਹਾਂ। ਇਸ ਤੋਂ ਇਲਾਵਾ ਵਜ਼ੀਰਾਬਾਦ, ਮਜਨੂਕੇ ਟਿੱਲੇ ਗੁਰਦੁਆਰੇ ਦੇ ਆਸ-ਪਾਸ ਉੱਥੇ ਲੰਗਰ ਭਿਜਵਾ ਰਹੇ ਹਾਂ। ਗੀਤਾ ਕਲੋਨੀ ਪੁਸ਼ਤ ਦੇ ਉੱਤੇ ਲੰਗਰ ਜਾ ਰਿਹਾ ਹੈ ਔਰ ਬਦਰਪੁਰ, ਜੈਤਪੁਰ ਸਾਡੇ ਮੈਂਬਰ ਉੱਥੇ ਜੱਸਾ ਜੀ, ਕੱਲ ਪਰਸੋਂ ਉਹਨਾਂ ਦੀ ਡਿਮਾਂਡ ਆਈ ਸੀ, ਉੱਥੇ ਵੱਡੀ ਗਿਣਤੀ ਦੇ ਵਿੱਚ ਉੱਥੇ ਵੀ ਲੋਕ ਪਾਣੀ ਦੇ ਕਰਕੇ ਪਰੇਸ਼ਾਨ ਹੋ ਗਏ, ਉੱਥੇ ਲੰਗਰ ਭਿਜਵਾ ਰਹੇ ਹਾਂ। ਸੋ ਇਹ ਸਾਰੀ ਜਗ੍ਹਾ ਦੇ ਉੱਤੇ ਜਿੱਥੇ ਵੀ ਲੋੜ ਪੈ ਰਹੀ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹ ਸਾਰਾ ਪ੍ਰਬੰਧ ਕਰ ਰਹੇ ਹਾਂ। ਚਾਹੇ ਉਹ ਦਵਾਈਆਂ ਦਾ ਪ੍ਰਬੰਧ ਹੋਵੇ, ਲੰਗਰ ਦਾ ਪ੍ਰਬੰਧ ਹੋਵੇ, ਜੇ ਕਿਸੇ ਨੂੰ ਕੋਈ ਕੰਬਲਾਂ ਦੀ ਜਾਂ ਹੋਰ ਕੱਪੜਿਆਂ ਦੀ ਜ਼ਰੂਰਤ ਹੋਵੇ ਅਸੀਂ ਕਰਵਾ ਰਹੇ ਹਾਂ। ਕਾਲੋ ਸਾਹਿਬ, ਕਿਸੇ ਗੁਰਦੁਆਰਾ ਸਾਹਿਬ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਾਣੀ ਕਰਕੇ? ਕਿਉਂਕਿ ਯਮਨਾ ਪਾਰ ਪਾਣੀ ਨੇ ਬਹੁਤ ਮਾਰਿਆ ਵਜ਼ੀਰਾਬਾਦ ਥੱਲੇ ਦੇ ਇਲਾਕਿਆਂ। ਨਹੀਂ, ਗੁਰੂ ਸਾਹਿਬ ਦੀ ਕਿਰਪਾ ਹੈ ਕਿ ਕਿਸੇ ਵੀ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ ਸਿੰਘ ਸਭਾ ਦੇ ਗੁਰਦੁਆਰੇ 'ਚ ਕੱਲ ਮੈਨੂੰ ਜ਼ਰੂਰ ਫੋਨ ਆਏ ਸੀ, ਗੁਰੂ ਤੇਗ ਬਹਾਦਰ ਨਗਰ ਅੰਦਰ ਗੁਰਦੁਆਰਾ ਸੀ, ਉੱਥੇ ਪਾਣੀ ਦੀ ਦਿੱਕਤ ਆ ਗਈ ਸੀ। ਉੱਥੋਂ ਗੁਰੂ ਸਾਹਿਬ ਕੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਥੋਂ ਲੈ ਕੇ ਦੂਸਰੀ ਜਗ੍ਹਾ ਦੇ ਉੱਤੇ ਪ੍ਰਕਾਸ਼ ਕਰ ਦਿੱਤੇ ਆ, ਲੇਕਿਨ ਹੋਰ ਕਿਸੇ ਜਗ੍ਹਾ ਦੇ ਉੱਤੇ ਕੋਈ ਗੁਰਦੁਆਰਿਆਂ 'ਚ ਪ੍ਰੋਬਲਮ ਨਹੀਂ ਆਈ, ਸਭ ਠੀਕ ਹੈ। ਪ੍ਰਸ਼ਾਸਨ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ? ਪ੍ਰਸ਼ਾਸਨ ਕੁਝ ਖਾਸ ਮੰਗ ਕਰ ਰਿਹਾ ਤੁਹਾਡੇ ਕੋਲੋਂ? ਨਹੀਂ, ਪ੍ਰਸ਼ਾਸਨ ਵੱਲੋਂ ਜਿਹੜੇ ਵੀ ਕੰਸਰਨਡ SDM ਵਗੈਰਾ, DM ਵਗੈਰਾ, ਉਹਨਾਂ ਦੇ ਵੱਲੋਂ ਸਾਨੂੰ ਲੰਗਰ ਦੀ ਜਿਹੜੀ ਆ ਡਿਮਾਂਡ ਲਗਾਤਾਰ ਆ ਰਹੀ ਹੈ, ਉਹ ਲੰਗਰ ਅਸੀਂ ਦੇ ਰਹੇ ਹਾਂ। ਬਾਕੀ ਹੋਰ ਅਸੀਂ ਆਪਣੇ ਤੌਰ ਦੇ ਉੱਤੇ ਜਿਹੜੀ ਜਿੱਥੇ ਦਵਾਈਆਂ ਦੀ ਲੋੜ ਹੈ ਦਵਾਈਆਂ ਵੀ ਦੇ ਰਹੇ ਹਾਂ, ਜੇ ਕਿਸੇ ਨੂੰ ਕੱਪੜਿਆਂ ਦੀ ਲੋੜ ਹੈ ਉਹ ਵੀ ਦੇ ਰਹੇ ਹਾਂ। ਕਾਲੋ ਸਾਹਿਬ, ਇੱਕ ਵੱਖਵਾਦ ਦੀ ਗੱਲ ਆਉਂਦੀ ਹੈ ਸਿੱਖ ਨੂੰ ਲੈ ਕੇ, ਖਾਲਿਸਤਾਨ ਦੀ ਗੱਲ ਆਉਂਦੀ ਹੈ, ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਸਰਕਾਰਾਂ ਨਹੀਂ ਪਹੁੰਚਦੀਆਂ ਸਰਦਾਰ ਪਹੁੰਚਦੇ ਆ? ਦੇਖੋ, ਕਹਿਣ ਨੂੰ ਅਸੀਂ 2% ਹੈ, ਲੇਕਿਨ ਪੂਰੇ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਮੈਂ ਤੇ ਕਹਾਂਗਾ, ਜਿੱਥੇ ਵੀ ਕਿਤੇ ਲੋੜ ਪਈ ਆ ਉੱਥੇ ਜਾ ਕੇ ਸਿੱਖਾਂ ਨੇ ਮੋਰਚੇ ਸੰਭਾਲੇ ਆ। ਔਖੇ ਸਮੇਂ ਦੇ ਵਿੱਚ, ਚਾਹੇ ਉਹ ਯੁੱਧ ਹੋਣ, ਚਾਹੇ ਭੁਚਾਲ, ਜਿਵੇਂ ਟਰਕੀ 'ਚ ਪਿੱਛੇ ਭੁਚਾਲ ਆਇਆ, ਚਾਹੇ ਹਿੰਦੁਸਤਾਨ ਦੇ ਚੇਨਈ ਆਇਆ, ਨੇਪਾਲ ਆਇਆ, ਜਿੱਥੇ ਵੀ ਉੱਤਰਾਖੰਡ, ਜੰਮੂ ਕਸ਼ਮੀਰ, ਹਰ ਜਗ੍ਹਾ ਦੇ ਉੱਤੇ ਸਿੱਖਾਂ ਨੇ ਮੋਰਚੇ ਸੰਭਾਲੇ ਆ। ਔਰ ਮੈਂ ਸਮਝਦਾ ਕਿ ਬਹੁਤ ਹਿੰਦੁਸਤਾਨ ਦੇ ਲੋਕ ਇਸ ਗੱਲ ਦੀ ਕਦਰ ਕਰਦੇ ਆ ਕਿ ਜੋ ਸਿੱਖ ਸੇਵਾ ਕਰਦੇ। ਤੁਸੀਂ ਦੇਖੋ YouTube ਵੀਡੀਓ ਦੇ ਉੱਤੇ ਕਿੰਨੇ ਸਾਡੇ ਹਿੰਦੂ ਵੀਰਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਆ, ਲੇਕਿਨ ਉਹ ਜਿਹੜੇ ਕੁਝ ਕੁ ਲੋਕ ਹੈ ਜਿਹੜੇ ਦੇਸ਼ ਨੂੰ ਵੰਡਣਾ ਚਾਹੁੰਦੇ ਆ, ਉਹ ਉਸ ਸਮੇਂ ਜਦੋਂ ਕੋਈ ਗੱਲ ਆਉਂਦੀ ਆ ਤੇ ਸਿੱਖਾਂ ਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੰਦੇ ਆ।
ਪਰ ਜੋ ਆਮ ਜਨਤਾ ਹਿੰਦੁਸਤਾਨ ਦੀ ਉਹ ਇਸ ਗੱਲ ਦੀ ਤਾਰੀਫ ਕਰਦੀ ਆ ਕਿ ਸਿੱਖ ਹਮੇਸ਼ਾ ਹੀ ਔਖੇ ਸਮੇਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਕੰਮ ਆਉਂਦੇ। ਕੀ ਲੰਗਰ ਲੈ ਕੇ ਆਏ ਹੋ, ਜੇਕਰ ਇੱਕ ਵਾਰੀ ਵਿਖਾ ਸਕੋ ਤੁਸੀਂ ਸਾਨੂੰ, ਇਹ ਦਰਸ਼ਕਾਂ ਨੂੰ ਵੀ ਦਿਖਾਈਏ ਕਿ ਕੀ ਲੰਗਰ ਲੈ ਕੇ ਪਹੁੰਚੇ ਹੋ। ਲੰਗਰ ਹੈ ਜੀ, ਚਾਵਲ ਹੈ, ਕੜੀ ਅੱਜ ਵਿਸ਼ੇਸ਼ ਤੌਰ ਦੇ ਉੱਤੇ ਕੜੀ, ਕਿਉਂਕਿ ਕੱਲ ਦਾਲ ਸੀ, ਪਰਸੋਂ ਸਬਜ਼ੀ ਹੋਰ ਸੀ, ਅੱਜ ਕੜੀ ਆ, ਨਾਲ ਪ੍ਰਸ਼ਾਦੇ ਆ, ਸਲਾਦ ਹੈ, ਚਾਵਲ ਹੈ, ਸਾਰਾ ਹੀ ਇਹਨਾਂ ਨੂੰ ਜਿਹੜਾ ਜਿੰਨੀ ਕਿਸੇ ਦੀ ਡਿਮਾਂਡ ਹੈ ਉਹ ਦਿੱਤਾ ਜਾ ਰਿਹਾ। ਪੂਰੀ ਸਮਰੱਥਾ ਨਾਲ ਪੂਰੀ ਸਮਰੱਥਾ ਨਾਲ ਲੱਗੇ ਹੋਏ। ਬਹੁਤ ਧੰਨਵਾਦ। ਪਾਟੀਆ ਸਾਹਿਬ, ਗੁਰਦੁਆਰਾ ਕਮੇਟੀਆਂ ਸੇਵਾ ਕਰ ਰਹੀਆਂ ਨੇ, ਤੁਹਾਡੇ ਇਲਾਕੇ 'ਚ ਪਾਣੀ ਦੀ ਕੀ ਹਾਲ ਹੈ? ਨਹੀਂ, ਸਾਡੇ ਇਲਾਕੇ ਜਿੱਧਰ ਅਸੀਂ ਰਹਿੰਦੇ ਉਧਰ ਖੈਰ ਪਾਣੀ ਨਹੀਂ ਗਿਆ। ਪਾਣੀ ਇੱਧਰ ਜਮਨਾ, ਜਿੱਥੇ ਜਮਨਾ ਹੈਗੀ ਉੱਥੇ ਆਸ-ਪਾਸ ਹੀ ਆਇਆ ਹੈ। ਲੇਕਿਨ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਦੋਂ ਵੀ ਕਿਧਰੇ ਵਿਪਤਾ ਆਉਂਦੀ ਹੈ ਤੇ ਸਭ ਤੋਂ ਪਹਿਲੇ ਲੋਕਾਂ ਨੂੰ ਸਿੱਖ ਨਜ਼ਰ ਆਉਂਦੇ ਨੇ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਜ਼ਰ ਆਉਂਦੀ ਹੈ। ਔਰ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਇਹ ਗੁਰੂ ਨਾਨਕ ਦਾ ਚਲਾਇਆ ਹੋਇਆ ਲੰਗਰ ਅੱਜ ਵੀ ਭਾਵੇਂ ਕਿਧਰੇ ਵੀ ਕਿਸੇ ਨੂੰ ਲੋੜ ਪੈਂਦੀ ਹੈ, ਉਹ ਅਗਰ ਸਾਨੂੰ ਅੱਧੀ ਰਾਤੀ ਫੋਨ ਕਰਦਾ ਹੈ ਤੇ ਸਾਡੇ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਦੀ ਇਹ ਬਿਲਕੁਲ ਉਸੇ ਟਾਈਮ ਹੀ ਅਲਰਟ ਹੋ ਜਾਂਦੇ ਨੇ ਔਰ ਵਿਦਿਨ 2-3 ਘੰਟੇ 'ਚ ਹੀ ਲੰਗਰ ਹਰ ਜਗ੍ਹਾ ਪਹੁੰਚਾਇਆ ਗਿਆ। ਜਾਂ ਦਵਾਈਆਂ ਦੀ ਲੋੜ ਹੈ, ਹਰ ਜੋ ਕਿਸੇ ਚੀਜ਼ ਦੀ ਲੋੜ ਹੈ ਇਹ ਪਹੁੰਚਾਈ ਗਈ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਇਸ ਕੰਮ ਨੂੰ ਨਿਰੰਤਰ ਸੇਵਾ ਕਰਦੀ ਆ ਰਹੀ ਹੈ ਔਰ ਸੇਵਾ ਕਰਦੀ ਰਹੇਗੀ। ਬਹੁਤ ਧੰਨਵਾਦ। ਤਾਂ ਤੁਹਾਨੂੰ ਲੋਕਾਂ ਦੀ ਤਸਵੀਰ ਦਿਖਾਈਏ ਕਿ ਇੱਥੇ ਦੇਖੋ ਕਿ ਕਿਸ ਤਰੀਕੇ ਨਾਲ ਲਾਈਨ ਲੋਕਾਂ ਦੀ ਲੱਗੀ ਹੋਈ ਹੈ, ਜਿਹੜੇ ਕਿ ਲੋਕੀ ਲੰਗਰ ਲੈਣ ਲਈ ਵਿਚਾਰੇ, ਕਿਉਂਕਿ ਔਖੀ ਘੜੀ ਹੈ, ਔਖਾ ਸਮਾਂ ਇਹਨਾਂ ਲੋਕਾਂ ਦੇ ਉੱਤੇ, ਜਿਸ ਤਰੀਕੇ ਨਾਲ ਪਾਣੀ ਆਇਆ ਤੇ ਪਰਿਵਾਰਾਂ ਨੂੰ ਪੁਸ਼ਤਿਆਂ ਚੋਂ ਉੱਠ ਕੇ ਯਮਨਾ ਦੇ ਕੰਢਿਆਂ ਚੋਂ ਉੱਠ ਕੇ ਬਾਹਰ ਆਉਣਾ ਪਿਆ। ਤੇ ਜਿੱਥੇ ਇਹ ਲੋਕ ਬੈਠੇ ਨੇ ਤੇ ਨਾਲ ਹੀ ਤੁਹਾਨੂੰ ਯਮਨਾ ਵੀ ਦਿਖਾ ਦਈਏ, ਇੱਥੇ ਵੀ ਯਮਨਾ ਨਾਲ ਹੀ ਬਿਲਕੁਲ ਚੜੀ ਹੋਈ ਹੈ। ਜਿਵੇਂ ਕਿ ਜਗਦੀਪ ਸਿੰਘ ਕਾਲੋ ਵੀ ਦੱਸ ਰਹੇ ਸਨ ਕਿ ਸਾਡੇ ਵੱਲੋਂ ਤਿਆਰੀ ਪੂਰੀ ਹੈ, ਪ੍ਰਸ਼ਾਸਨ ਜੋ ਮਦਦ ਮੰਗ ਰਿਹਾ ਅਸੀਂ ਉਹ ਪੂਰੀ ਤਰੀਕੇ ਨਾਲ ਮੁਹੱਈਆ ਕਰਾ ਰਹੇ ਹਾਂ। ਕੈਮਰਾਮੈਨ ਵਿਕਰਮ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼, ਦਿੱਲੀ। ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਵਧਾਈ ਦੇ ਪਾਤਰ ਇੰਨੇ ਖਰਾਬ ਮੌਸਮ ਦੇ ਵਿੱਚ ਵੀ ਅੱਜ ਜਿਸ ਤਰੀਕੇ ਦੇ ਨਾਲ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ, ਭਾਵੇਂ ਗੁਰਦੁਆਰਾ ਰਕਾਬਗੰਜ ਸਾਹਿਬ ਹੋਏ, ਗੁਰਦੁਆਰਾ ਬੰਗਲਾ ਸਾਹਿਬ ਹੋਣ, ਗੁਰਦੁਆਰਾ ਸੀਸਗੰਜ ਸਾਹਿਬ ਰਾਤ ਪ੍ਰੋਗਰਾਮ ਜਿਸ ਤਰ੍ਹਾਂ ਹੋਇਆ, ਔਰ ਮਹਾਰਾਜ ਨੂੰ ਅਕੀਦਾ ਭੇਟ ਕਰਨ ਵਾਸਤੇ ਜਿਹੜੀਆਂ ਸੰਗਤਾਂ ਪਹੁੰਚੀਆਂ। ਨਿਤਾ ਪ੍ਰਤੀ ਗੁਰਦੁਆਰਾ ਬੰਗਲਾ ਸਾਹਿਬ ਜਿਸ ਅਸ਼ਟਮ ਬਲਬੀਰਾਂ ਨੂੰ ਯਾਦ ਕਰਦੇ ਨੇ, ਅਰਦਾਸ ਕਰਦੇ ਨੇ, ਗੁਰੂ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਮੈਂ ਸਮਝਦਾ ਕਿ ਮਹਾਰਾਜ ਨੂੰ ਜਿਹੜੀਆਂ ਅਰਦਾਸਾਂ ਕਰਦੇ ਨੇ ਆਪਣੇ ਘਰਾਂ ਦੀਆਂ ਦੁੱਖ ਦਰਦੀਆਂ ਦੂਰ ਕਰਨ ਦੀਆਂ, ਅੱਜ ਮਹਾਰਾਜ ਸਾਹਿਬ ਦੀਆਂ ਅਰਦਾਸਾਂ ਪੂਰੀਆਂ ਕਰਨ ਔਰ ਮਹਾਰਾਜ ਅੱਜ ਦੇ ਦਿਨ ਸਮੁੱਚੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਦੀ ਕਿਰਪਾ ਬਖਸ਼ੇ। ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਨੇ ਇਸ ਦਿੱਲੀ ਦੇ ਉੱਤੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਪਰਉਪਕਾਰ ਕੀਤਾ। ਦੁਨੀਆ ਹਮੇਸ਼ਾ ਹੀ ਇੱਥੋਂ ਦੀ ਜਨਤਾ, ਇੱਥੋਂ ਦੀ ਸੰਗਤ, ਚਾਹੇ ਉਹ ਕਿਸੇ ਵੀ ਧਰਮ ਤੋਂ, ਕਿਸੇ ਵੀ ਫਿਰਕੇ ਤੋਂ ਬਿਲੋਂਗ ਕਰਦੀ ਆ, ਉਹ ਗੁਰੂ ਸਾਹਿਬ ਨੂੰ ਹਮੇਸ਼ਾ ਹੀ ਜੁਗੋ ਜੁਗ ਯਾਦ ਕਰੇਗੀ। ਇੰਨੀ ਵੱਡੀ ਤਰਾਸਦੀ ਉਹ ਬਿਮਾਰੀ ਸੀ, ਭਿਆਨਕ ਬਿਮਾਰੀ ਜਿਹਦਾ ਕੋਈ ਇਲਾਜ ਨਹੀਂ ਸੀ, ਲੇਕਿਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੀ ਕਿਰਪਾ ਕਰਕੇ ਉਸ ਬਿਮਾਰੀ ਤੋਂ ਦਿੱਲੀ ਦੇ ਲੋਕਾਂ ਨੂੰ ਨਿਜਾਤ ਮਿਲਾਇਆ। ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਾਹੇ ਉਹ ਮੁਸਲਮਾਨ ਵੀਰ ਹੋਣ, ਹਿੰਦੂ ਵੀਰ ਹੋਣ, ਕ੍ਰਿਸਚਨ ਵੀਰ ਹੋਣ, ਕੋਈ ਵੀ ਕਿਸੇ ਵੀ ਧਰਮ ਫਿਰਕੇ ਤੋਂ, ਸਾਰੇ ਹੀ ਗੁਰੂ ਮਹਾਰਾਜ ਦਾ ਇੰਨਾ ਸਤਿਕਾਰ ਕਰਦੇ ਆ, ਨਤਮਸਤਕ ਹੁੰਦੇ ਆ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮੇਸ਼ਾ ਹੀ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪ੍ਰਬੰਧ ਕੀਤੇ ਜਾਂਦੇ ਆ ਔਰ ਤਾਂ ਕਿ ਸੰਗਤਾਂ ਨੂੰ ਸੁਵਿਧਾ ਮਿਲੇ। ਸੰਗਤਾਂ ਜਿੱਥੇ ਆ ਕੇ ਕੀਰਤਨ ਸੁਣਨ, ਨਤਮਸਤਕ ਹੋਣ, ਉੱਥੇ ਨਾਲ ਹੀ ਜਿਹੜੀ ਆ ਉਹ ਸੇਵਾ ਵੀ
ਚਾਹੇ ਉਹ ਜੋੜਾ ਘਰ ਦੀ ਸੇਵਾ ਹੋਵੇ, ਲੰਗਰਾਂ ਦੀ ਸੇਵਾ ਹੋਵੇ, ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਹੋਵੇ, ਨਾਲ ਸੇਵਾ ਕਰਨ। ਸੋ ਸੰਗਤਾਂ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ।